साबित तुम हर जानो आपे, हम रुलते फिरते कोई बात ना पूछता, गुर सतगुर संग कीरे हम छापे। तन गुरु नानक जन केरा, जित मिले चुके सब सुख संतापे। प्रणवित नानक सुन मेरे साहिबा, प्रणवित नानक सुन मेरे साहिबा, डुबदा पत्थर ली जाए आनंद गुणे निधान गुरु गरीब निवाज। सारी संगत गज के बोलना सतनाम श्री वाहेगुरु जी। पतत पावन भगत वशल किरपा निदान चवर छत्र तखत दे मालिक गुरबाणी संग्रह गुरदेव पिता सतगुरु साहब श्री गुरु ग्रंथ साहब जी महाराज जियां दे मुकद्दस पावन चरनां च बैठ के सुआसां दी इस पूंजी नूं कीमतियां बना रहे गरीब नवाज सतगुरां दे साजे नवाजे खालसा साध संगत जीओ, दर फतेह प्रवान करो और प्यार सत आखो जी वाहेगुरु जी का खालसा वाहेगुरु जी की फतेह। संगरांद दे दिहाड़े ते आप संगतां ने भाई साहब जी हुणां पासों कथा विचार सरवण कीते ने। उपरंत जो दास नूं ड्यूटी तुसां ने बख्शिश कीती हुई है, इस कीमती समय नूं मैं व्यर्थ ना गवाउंदा होया सिद्धा आप संगतां दी सेवा विच इतिहास दे पन्निਆਂ द्वारा सेवा करनी चाहुंदा। जिन्ने भी आपां बैठे हां मन दीआं बिरतियां नूं उस दरबार च लै चलीए जिथे तकरीबन 40 साल खालसे दा परचम
ਫੁਰਾਟੇ ਮਾਰ ਕੇ ਝੁੱਲੇ। ਲਾਹੌਰ ਦੇ ਉਹ ਸ਼ਾਹੀ ਕਿਲੇ ਦੇ ਵਿੱਚ ਪਾਪ ਵੱਧ ਗਏ। ਪਾਪ ਪਹਿਲਾਂ ਵੀ ਹੁੰਦੇ ਸਨ, ਮਜ਼ਲੂਮਾਂ ਦੇ ਉੱਤੇ ਜ਼ੁਲਮ ਹੁੰਦੇ ਸਨ, ਇਸ ਆਸ ਦੇ ਨਾਲ ਜ਼ੁਲਮ ਚੱਲਦੇ ਸਨ ਕਿ ਕਦੀ ਇੱਥੇ ਧਰਮ ਦਾ ਰਾਜ ਕਾਇਮ ਹੋਵੇਗਾ। ਹਾਜ਼ੂਰ ਪਿਤਾ ਦੇ ਬੱਚਿਆਂ ਦੇ ਡੁੱਲੇ ਹੋਏ ਖੂਨ ਦੇ ਚਮਤਕਾਰ ਦਾ ਸਦਕਾ ਖਾਲਸੇ ਦਾ ਫੁਰਾਟੇ ਮਾਰਦਾ ਹੋਇਆ ਨਿਸ਼ਾਨ ਸਭ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਝੁੱਲਿਆ। ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਤੋਂ ਉਪਰੰਤ ਜਲਦੀ ਹੀ ਡੋਗਰਾ ਬੁਰਸ਼ਾਗਰਦੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕੀਤੇ। ਤੁਸਾਂ ਨੇ ਵੇਖਿਆ ਨੌ ਨਿਹਾਲ ਤੇ ਛੱਜਾ ਡਿੱਗਿਆ, ਉਸ ਨੂੰ ਪਾਲਕੀ ਚ ਪਾ ਕੇ ਅੰਦਰ ਲੈ ਗਏ। ਲੜੀ ਜੋੜਨ ਵਾਸਤੇ ਕਵਿਤਾ ਦੀਆਂ ਲਾਈਨਾਂ ਮੈਂ ਫਿਰ ਤੁਹਾਡੇ ਚਰਨਾਂ 'ਚ ਰੱਖ ਕੇ ਆਪਣੀ ਅਗੇਰਲੀ ਗੱਲ ਨੂੰ ਤੁਹਾਡੇ ਚਰਨਾਂ 'ਚ ਰੱਖਣਾ ਚਾਹੁੰਦਾ। ਹਨੇਰੇ ਕਮਰੇ 'ਚ ਨੌ ਨਿਹਾਲ ਜੀ ਨੂੰ ਹੋਸ਼ ਆਈ। ਸੀਤਲ ਸਾਹਿਬ ਜੀ ਨੇ ਬੜਾ ਸੁੰਦਰ ਉਸ ਨੂੰ ਚਿਤਰਨ ਦੀ ਕੋਸ਼ਿਸ਼ ਕੀਤੀ। ਆਈ ਹੋਸ਼ ਤੇ ਕੰਵਰ ਜੀ ਉੱਠ ਬੈਠੇ। ਕਹਿੰਦੇ ਪਾਣੀ ਤਾਂ ਘੁੱਟ ਪਿਲਾ ਦੇਵੋ, ਛੱਡੋ ਬਾਹਰ ਦੀ ਹਵਾ ਕੁਝ ਆਣ ਦੇਵੋ, ਕੀਤਾ ਬੰਦ ਕੰਨ ਬੂਹਾ ਲਾ ਦੇਵੋ। ਮੇਰੇ ਦਿਲ ਨੂੰ ਕੁਝ ਕੁਝ ਹੋ ਰਿਹਾ ਜੇ, ਮੇਰੀ ਮਾਤਾ ਨੂੰ ਖਬਰ ਪਹੁੰਚਾ ਦੇਵੋ। ਮੈਂ ਹੁਣ ਠੀਕ ਆ, ਫਿਕਰ ਨਾ ਕਰੇ ਕੋਈ, ਮੇਰੀ ਰਾਣੀ ਨੂੰ ਪਾਸ ਬੁਲਾ ਦੇਵੋ। ਅੱਗੋਂ ਕਿਹਾ ਧਿਆਨ ਸਿੰਘ ਡੋਗਰੇ ਨੇ, ਫੋਕਾ ਪਾਣੀ ਕੀ ਸ਼ਰਬਤ ਪਿਲਾ ਦੇਣਾ, ਤੁਸਾਂ ਨੇ ਮਾਤਾ ਨੂੰ ਮਿਲ ਕੇ ਕੀ ਲੈਣਾ, ਹੁਣੇ ਪਿਤਾ ਦੇ ਪਾਸ ਪਹੁੰਚਾ ਦੇਣਾ। ਗੱਲ ਸੁਣੀ ਤੇ ਕੰਵਰ ਜੀ ਤਰਫ ਉੱਠੇ। ਕਹਿੰਦੇ ਵੇਖਿਓ ਜੇ ਲੋੜਾ ਮਾਰਿਓ ਨਾ, ਮੈਂ ਹੁਣ ਤੁਸਾਂ ਦੇ ਵਾਸਾਂ, ਧਿਆਨ ਸਿੰਘ ਜੀ ਕਰਿਓ ਰਹਿਮ, ਹੁਣ ਕਹਿਰ ਗੁਜ਼ਾਰਿਓ ਨਾ। ਜੇ ਉਹ ਰਾਜ ਦੇ ਭੁੱਖੇ ਤਾਂ ਸਾਂਭ ਲੋ ਆ, ਮੈਨੂੰ ਰਾਜ ਬਦਲੇ ਜਾਨੋ ਮਾਰਿਓ ਨਾ। ਲਿਆਓ ਤਾਜ ਪੰਜਾਬ ਦਾ ਆਪ ਹੱਥੀਂ, ਹੀਰਾ ਸਿੰਘ ਦੇ ਸਿਰ ਟਿਕਾ ਦੇਣਾ। ਹੱਥਾਂ ਆਪਣਿਆਂ ਦੇ ਨਾਲ ਹੁਣੇ ਹੁਕਮ ਲਿਖ ਕੇ ਤੇ ਬਾਦਸ਼ਾਹੀ ਮੋਹਰ ਲਾ ਦੇਣਾ। ਗੱਲ ਕੰਵਰ ਦੀ ਸੁਣੀ ਅਣਸੁਣੀ ਕਰਕੇ ਫੜ ਕੇ ਬਾहें ਤੇ ਭੋਏ ਲਟਾ ਦਿੱਤਾ। ਵਕਤ ਲੰਘ ਗਿਆ, ਕੰਵਰ ਜੀ ਮਾਫ ਕਰਨਾ, ਕੌੜੇ ਹੋਏ ਵਜ਼ੀਰ ਸੁਣਾਏ ਦਿੱਤਾ ਹੈ। ਵੇਲਾ ਅੰਤ ਦਾ ਰੱਬ ਨੂੰ ਯਾਦ ਕਰ ਲੋ, ਦਾਬਾ ਮਾਰ ਕੇ ਵਿੱਚ ਅਟਕਾ ਦਿੱਤਾ। ਹੱਥੀਂ ਚੁੱਕ ਪੱਥਰ ਧਿਆਨ ਸਿੰਘ ਡੋਗਰੇ ਨੇ ਮਾਰ ਕੰਵਰ ਦਾ ਸਿਰ ਬੰਦਲਾ ਦਿੱਤਾ। ਹਿਰਦਾ ਡੋਲਿਆ ਨਾ ਹੀ ਹੱਥ ਕੰਬੇ, ਜਦੋਂ ਨੌ ਨਿਹਾਲ ਨੂੰ ਪੱਥਰ ਮਾਰਿਆ ਸੂ। ਸੀਤਲ ਸ਼ੇਰੇ ਪੰਜਾਬ ਦੀਆਂ ਮਿਹਰਬਾਨੀਆਂ ਦੇ ਚੰਗਾ ਤੂੰ ਕਰਜ਼ ਉਤਾਰਿਆ ਸੂ। ਬੇਈਮਾਨ ਜਿਹਦੇ ਕਦੀ ਪੁੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਪਾਲਕੀ 'ਚ ਬਿਠਾ ਕੇ ਸੈਰ ਕਰਨ ਵਾਸਤੇ ਜਾਇਆ ਕਰਦੇ ਸਨ, ਬਚੜੀ ਕਹਿ ਕੇ ਬੁਲਾਇਆ ਕਰਦੇ ਸਨ। ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਦੇ ਸਿਰ ਦੇ ਤੋਂ 500 ਰੁਪਏ ਦੀ ਰੋਜ਼ ਥੈਲੀ ਵਾਰ ਕੇ ਗਰੀਬਾਂ 'ਚ ਦਾਨ ਕਰਨ ਵਾਸਤੇ ਦਿੱਤੀ ਜਾਂਦੀ। ਉਸ 500 ਰੁਪਏ ਦੇ ਚੋਂ 5 ਦਮੜੇ ਵੀ ਕਿਸੇ ਗਰੀਬ ਦੀ ਤਲੀ ਦੇ ਉੱਤੇ ਨਾ ਰੱਖੇ ਜਾਂਦੇ, ਸਾਰੇ ਦੇ ਸਾਰੇ ਡੋਗਰੇ ਹੜਪ ਲੈਂਦੇ। ਇਹਨਾਂ ਦੇ ਪੁੱਤਰਾਂ ਨੂੰ ਤੇ ਪਾਲਕੀ 'ਚ ਬਿਠਾ ਕੇ ਸੈਰ ਕਰਨ ਤੇ ਉਹਦੀ ਅੱਖਾਂ ਮੀਟਣ ਦਿੱਤੇ। ਉਹਦੇ ਪੋਤਰੇ ਨੂੰ ਬੇਈਮਾਨ ਨੇ ਪੱਥਰ ਮਾਰ ਕੇ ਸਿਰ ਫੇਰ ਦਿੱਤਾ। ਫਿਰ ਮਹਾਰਾਣੀ ਚੰਦ ਕੌਰਾਂ ਔਰ ਉਹਦੀ ਨੂੰਹ ਨੂੰ ਇਜਾਜ਼ਤ ਦਿੱਤੀ ਗਈ ਕਿ ਤੁਸੀਂ ਆਣ ਕੇ ਹੁਣ ਨੌ ਨਿਹਾਲ ਨੂੰ ਮਿਲ ਲਵੋ। ਇੱਕ ਮਾਂ ਦੀਆਂ ਸਦਰਾਂ ਦਾ ਗੁੱਛਾ ਇਕਲੌਤਾ, ਉਸਦਾ ਲਖਤੇ ਜ਼ਿਗਰ, ਜਿਹਦੇ ਸਾਹਾਂ ਦੇ ਨਾਲ ਉਹ ਸਾਹ ਭਰਦੀ ਸੀ। ਬੱਚਿਆਂ ਦੇ ਦੁੱਖ ਤੇ ਕਿਸੇ ਮਾਂ ਨੂੰ ਪੁੱਛੇ ਜਾਣ, ਆਮ ਇਨਸਾਨ ਨੇ ਇਸ ਨੂੰ ਕੀ ਬਿਆਨਾਤ ਕਰ ਲੈਣਾ। ਜਿੰਨੀ ਤੜਫ ਮਾਂ ਦੇ ਹਿਰਦੇ 'ਚ ਆਪਣੀ ਔਲਾਦ ਵਾਸਤੇ ਹੁੰਦੀ ਹੈ, ਕੋਈ ਇਹ ਰਿਸ਼ਤੇ ਨੂੰ ਨਹੀਂ ਸਮਝ ਸਕਦਾ। ਇਹ ਤੇ ਇੱਕ ਮਾਂ ਹੀ ਸਮਝ ਸਕਦੀ ਹੈ। ਮਹਾਰਾਣੀ ਚੰਦ ਕੌਰ ਆਪਣੀ ਨੂੰਹ ਨੂੰ ਨਾਲ ਲੈ ਕੇ ਉਹ ਹਨੇਰੀ ਕੋਠੜੀ ਵਿੱਚ ਦਾਖਲ ਹੋਈ। ਛੱਪੜ ਲੱਗੇ ਆਪਣੇ ਪੁੱਤਰ ਦੇ ਖੂਨ ਦੇ ਉੱਤੇ ਉਸਦੇ ਕਦਮ ਸਨ। ਪੰਜਾਬੀ ਜੁੱਤੀ ਜਿਹੜੀ ਉਸਨੇ ਪੈਰੀ ਪਾਈ ਹੋਈ ਸੀ ਉਹ ਪੈਰੋਂ ਲੱਥ ਗਈ। ਉਹਦੇ ਪੈਰ ਆਪਣੇ ਪੁੱਤਰ ਦੇ ਖੂਨ ਦੇ ਵਿੱਚ ਰੱਤੇ ਗਏ। ਹਨੇਰੇ ਕਮਰੇ 'ਚ ਵੇਖਣ ਵਾਸਤੇ ਉਸਨੇ ਆਪਣੀਆਂ ਅੱਖਾਂ ਨੂੰ ਮਸਲਣ ਦੀ ਕੋਸ਼ਿਸ਼ ਕੀਤੀ। ਇਹ ਸੁਭਾਵਿਕ ਹੈ, ਜਦੋਂ ਬੰਦਾ ਰੋਸ਼ਨੀ ਵਿੱਚੋਂ ਹਨੇਰੇ ਵਿੱਚ ਆਵੇਗਾ ਉਹਦੀਆਂ ਅੱਖਾਂ ਉਸੇ ਵੇਲੇ ਉਹਦਾ ਸਾਥ ਨਹੀਂ ਦਿੰਦੀਆਂ। ਆਹਿਸਤਾ ਆਹਿਸਤਾ ਉਹਦੀਆਂ ਅੱਖਾਂ ਨੇ ਵੇਖਣ ਦੀ ਤਾਕਤ ਜਿਹੜੀ ਸੀ ਉਹ ਪਕੜ ਲਈ। ਆਪਣੇ 19 ਸਾਲ 7 ਮਹੀਨੇ 27 ਦਿਨ ਦੇ ਸ਼ੇਰ ਜੱਡੇ ਪੁੱਤ ਨੂੰ, ਜਿਹਦਾ 6 ਫੁੱਟ ਲੰਮਾ ਕੱਦ ਸੀ, ਗੋਰਾ ਨਿਸ਼ੋ ਰੰਗ ਸੀ, ਜਿਹਦੇ ਚਿਹਰੇ ਦੇ ਉੱਤੇ ਦਾੜੀ ਨੇ ਆਣ ਕੇ ਅਜੇ ਦਸਤਕ ਦਿੱਤੀ ਸੀ,
ਜਿਹਦੀਆਂ ਛੋਟੀਆਂ ਛੋਟੀਆਂ ਮੁੱਛਾਂ ਗੁਲਾਬ ਦੀਆਂ ਪੰਖੜੀਆਂ ਵਰਗੀਆਂ, ਜਿਹਦੀਆਂ ਨਿੱਕੀਆਂ ਨਿੱਕੀਆਂ ਬੁੱਲੀਆਂ ਸਨ, ਪਰ ਉਹ ਸਾਰਾ ਕੁਝ ਹੀ ਖੂਨ ਦੇ ਵਿੱਚ ਲੱਥ-ਪੱਥ ਹੋਇਆ ਪਿਆ ਕਿਉਂਕਿ ਉਹਦੀ ਖੋਪਰੀ ਟੁੱਟ ਚੁੱਕੀ ਹੈ। ਮਹਾਰਾਣੀ ਚੰਦ ਕੌਰ ਨੇ ਆਪਣੇ ਪੁੱਤਰ ਦੀ ਹਾਲਤ ਵੇਖੀ। ਹੁਣ ਸਵਾਲ ਖੜਾ ਹੁੰਦਾ, ਧਿਆਨ ਸਿੰਘ ਨੌ ਨਿਹਾਲ ਨੂੰ ਤੇਗ ਨਾਲ ਮਾਰ ਸਕਦਾ ਸੀ, ਗੋਲੀ ਮਾਰ ਸਕਦਾ ਸੀ, ਪਰ ਉਹਨੇ ਏਦਾਂ ਨਾ ਕੀਤਾ। ਦਰਅਸਲ ਉਹ ਦੱਸਣਾ ਚਾਹੁੰਦਾ ਸੀ ਕਿ ਨੌ ਨਿਹਾਲ ਜੀ ਛੱਜਾ ਡਿੱਗਣ ਦੇ ਨਾਲ ਹੀ ਮਰ ਗਏ ਨੇ, ਉਹਨਾਂ ਦੀ ਖੋਪਰੀ ਟੁੱਟ ਚੁੱਕੀ ਹੈ। ਮਹਾਰਾਣੀ ਚੰਦ ਕੌਰਾਂ ਨੇ ਲਾਗੇ ਪਿਆ ਪੱਥਰ ਵੀ ਵੇਖਿਆ ਜਿਹਦੇ ਨਾਲ ਉਹਦੀ ਖੋਪਰੀ ਤੋੜੀ ਹੋਈ ਸੀ। 6 ਫੁੱਟ ਲੰਮੇ ਪੁੱਤ ਨੂੰ ਆਪਣੇ ਨੂੰ ਜ਼ਮੀਨ ਦੇ ਉੱਤੇ ਬੇਜ਼ਾਨ ਪਿਆ ਹੈ ਵੇਖ ਕੇ ਮਹਾਰਾਣੀ ਚੰਦ ਕੌਰਾਂ ਦੀਆਂ ਚੀਕਾਂ ਨਿਕਲ ਗਈਆਂ। ਧਾਹ ਮਾਰ ਕੇ ਉਹਨੇ ਆਪਣੇ ਪੁੱਤ ਦੀ ਛਾਤੀ ਦੇ ਉੱਤੇ ਦੁਹੱਥੜ ਮਾਰੀ, ਜਿਵੇਂ ਉਸਨੇ ਵੈਣ ਪਾਏ। ਢਾਡੀ ਸਿੰਘ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ, ਸੁਣੋ ਸਾਧ ਸੰਗਤ। ਇਹ ਜਿਹੜੀ ਨਜ਼ਮ ਤੁਸੀਂ ਸਰਵਣ ਕਰ ਰਹੇ ਹੋ, ਇਹ ਵੀ ਢਾਡੀਆਂ ਦਾ ਕਲਾਸਿਕ ਰਾਗ ਮਾਹੀਆਂ ਦੇ ਰੂਪ ਵਿੱਚ ਪਹਾੜੀ ਰਾਗ। ਮੈਨੂੰ ਕਿਸੇ ਵੇਲੇ ਅਫਸੋਸ ਹੁੰਦਾ ਹੈ ਮੈਂ ਵੀ ਉਸੇ ਸ਼੍ਰੇਣੀ ਵਿੱਚ ਸ਼ਾਮਲ ਹਾਂ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਸਾਰੇ ਹੀ ਆਪਣੇ ਕੰਮ ਤੋਂ ਪਿਛਾਂ ਹਟਦੇ ਚਲੇ ਜਾ ਰਹੇ। ਇਹ ਐਸੀਆਂ ਸਤਰਾਂ ਹਨ ਜਿਨ੍ਹਾਂ ਨੂੰ ਇਸੇ ਲਹਿਜੇ ਵਿੱਚ ਹੀ ਗਾਇਆ ਜਾਵੇ ਤੇ ਫਿਰ ਇਹਨਾਂ ਦੀ ਕੋਈ ਕੀਮਤ ਹੈ। ਜਦੋਂ ਇਹਨਾਂ ਨੂੰ ਅਸੀਂ ਕਿਸੇ ਲੱਚਰ ਗੀਤ ਦੀ ਤਰਜ਼ ਦੇ ਉੱਤੇ ਬਿਆਨਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਨਾ ਇਹਨਾਂ ਦਾ ਕੋਈ ਮਾਇਨੇ ਰਹਿ ਜਾਵੇਗਾ, ਨਾ ਕੋਈ ਅਰਥ ਰਹਿ ਜਾਵੇਗਾ। ਇਹ ਉਹ ਪੁਰਾਣੀਆਂ ਕਲਾਸੀਕਲ ਤਰਜ਼ਾਂ ਹਨ ਜਿਨ੍ਹਾਂ ਨੂੰ ਕਦੀ ਇਹ ਸਟੇਜਾਂ ਦੇ ਉੱਤੇ ਬਜ਼ੁਰਗ ਢਾਡੀ ਗਾਉਂਦੇ ਰਹੇ, ਤੁਹਾਡੇ ਵਿੱਚ ਬੈਠੇ ਬਜ਼ੁਰਗ ਸਰਵਣ ਕਰਦੇ ਰਹੇ। ਉਹ ਢਾਡੀ ਚਲੇ ਗਏ, ਆਹਿਸਤਾ ਆਹਿਸਤਾ ਸਾਰਾ ਕੁਝ ਹੀ ਬਦਲ ਗਿਆ। ਫਿਰ ਇਹ ਤਰਜ਼ਾਂ, ਫਿਲਮੀ ਤਰਜ਼ਾਂ ਨੇ, ਲੱਚਰ ਗੀਤਾਂ ਦੀਆਂ ਤਰਜ਼ਾਂ ਨੇ ਜਗ੍ਹਾ ਲੈ ਲਈ। ਮਾਹੀਆਂ ਦੇ ਰੂਪ ਵਿੱਚ ਕਦੀ ਸਾਡੇ ਘਰਾਂ ਵਿੱਚ ਪੰਜਾਬ ਦੀ ਧਰਤੀ ਬਜ਼ੁਰਗ ਮਾਤਾਵਾਂ ਇਹ ਸੰਗੀਤ ਨੂੰ ਗਾਇਆ ਕਰਦੀਆਂ ਸਨ। ਉਹ ਜਦੋਂ ਸੰਗੀਤ ਇਹ ਗਾਇਆ ਕਰਦੀਆਂ ਸਨ, ਇਹ ਖੁਸ਼ੀ ਦੇ ਮੌਕੇ ਤੇ ਵੀ ਗਾ ਲਿਆ ਜਾਂਦਾ ਔਰ ਗਮੀ ਦੇ ਮੌਕੇ ਤੇ ਵੀ ਗਾ ਲਿਆ ਜਾਂਦਾ। ਇਹਦੇ 'ਚ ਦਰਦ ਵੀ ਹੈ ਔਰ ਸਕੂਨ ਵੀ ਹੈ। ਹੁਣ ਜਿਹੜਾ ਬਿਆਨਾਤ ਕੀਤਾ ਜਾ ਰਿਹਾ ਮਹਾਰਾਣੀ ਚੰਦ ਕੌਰਾਂ ਦਾ ਵਰਲਾਪ ਹੈ। ਸੱਲ ਸੀਨੇ ਮੱਚਿਆਂ ਦੇ, ਉਹਦੇ ਸੀਨੇ 'ਚ ਸੱਲ ਮੱਚਿਆ, ਭਾਂਬੜ ਮੱਚ ਗਏ। ਰੋ ਰੋ ਕੇ ਮਰ ਜਾਵਾਂਗੀ, ਦੁੱਖ ਬੁਰੇ ਹੁੰਦੇ ਬੱਚਿਆਂ ਦੇ। ਮੇਰਿਆ ਪੁੱਤਾ ਇੰਨਾ ਰੁੱਸ ਗਿਆ ਮੇਰੇ ਨਾਲ, ਤੇਰਾ ਪਿਓ ਅਜੇ ਸਵੇਰੇ ਮਰਿਆ ਤੇ ਤੂੰ ਸ਼ਾਮ ਨੂੰ ਅੱਖਾਂ ਮੀਟ ਕੇ ਦੁਨੀਆ ਤੋਂ ਚਲਿਆ ਗਿਆ। ਆਪਣੇ ਪਿਓ ਦੇ ਨਾਲ ਤੈਨੂੰ ਇੰਨਾ ਮੋਹ ਜਾਗ ਪਿਆ ਕਿ ਤੂੰ ਆਪਣੀ ਮਾਂ ਵੱਲ ਵੇਖਿਆ ਤੱਕ ਨਹੀਂ। ਇਹ ਤੇ ਇਨਸਾਨੀ ਰਿਸ਼ਤਾ ਹੈ। ਬੇਜ਼ੁਬਾਨ ਜਾਨਵਰ ਘਰ ਖੁਰਲੀ ਤੇ ਬੱਧੇ ਹੁੰਦੇ ਨੇ। ਮੱਝਾਂ ਚਰਾਉਣ ਵਾਸਤੇ ਕੋਈ ਪਾਲੀ ਲੈ ਜਾਂਦਾ, ਉਸ ਨੂੰ ਬਾਹਰ ਸਾਰਾ ਦਿਨ ਮੱਝਾਂ ਚਰਦੀਆਂ ਹਨ। ਸ਼ਾਮ ਪੈਂਦੀ ਹੈ, ਉਹਦੇ ਕੰਨਾਂ ਵਿੱਚ ਘਰ ਉਹਦੇ ਛੋਟੇ ਜਿਹੇ ਬਚੜੇ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪੈਂਦੀ ਹੈ। ਜਿਹੜਾ ਬੇਜ਼ੁਬਾਨ ਖੁਰਲੀ ਦੇ ਉੱਤੇ ਬੱਧਾ ਹੋਇਆ ਡੇਂਗਰੇ ਹੈ, ਉਹ ਬੇਜ਼ੁਬਾਨ ਮੱਝ ਗਾਂ ਘਰ ਵੱਲ ਨੂੰ ਭੱਜਦੀ ਹੈ। ਉਹ ਨਹੀਂ ਵੇਖਦੀ ਮੇਰੇ ਥੱਲੇ ਕੋਈ ਆ ਜਾਵੇਗਾ, ਕਿਸੇ ਨੂੰ ਸੱਟ ਲੱਗ ਜਾਵੇਗੀ।
ਉਹ ਘਰ ਆਣ ਕੇ ਆਪਣੇ ਬੱਚੇ ਨਾਲ ਲਾਡ ਕਰਦੀ ਹੈ। ਉਹ ਮਮਤਾ ਦੀ ਮਾਰੀ ਹੋਈ ਮਾਂ ਉਸ ਨੂੰ ਚੱਟਣ ਦੀ ਕੋਸ਼ਿਸ਼ ਕਰਦੀ ਹੈ। ਅਜੇ ਪਤਾ ਕਿ ਇਹਨੇ ਵੱਡਾ ਹੋ ਕੇ ਮੇਰਾ ਕੁਝ ਨਹੀਂ ਸਵਾਰਨਾ। ਇੱਕ ਰਿਸ਼ਤਾ ਹੈ, ਸਿਰਫ ਮੋਹ ਦੀਆਂ ਤੰਦਾਂ ਹਨ, ਪਰ ਇਨਸਾਨ ਤੇ ਆਪਣੀ ਔਲਾਦ ਦੇ ਸਿਰ ਤੇ ਜਿਉਂਦਾ ਹੈ। ਸਾਰੀ ਜ਼ਿੰਦਗੀ ਔਲਾਦ ਦੇ ਵਾਸਤੇ ਨਿਸ਼ਾਵਰ ਕਰ ਦਿੱਤੀ ਜਾਂਦੀ ਹੈ। ਤੁਹਾਡੇ ਚੋਂ ਕਈ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ ਉੱਤੇ ਲਾ ਦਿੱਤੀ, ਜਵਾਨੀ ਦਾਅ ਉੱਤੇ ਲਾ ਦਿੱਤੀ, ਆਪਣੀ ਜ਼ਿੰਦਗੀ ਦਾ ਸੁਨਹਿਰੀ ਸਫ਼ਰ ਦਾਅ ਉੱਤੇ ਲਾ ਦਿੱਤਾ। ਦਿਨ ਰਾਤ ਸ਼ਿਫਟਾਂ ਵਿੱਚ ਕੰਮ ਕਰ ਕਰਕੇ ਇੰਨੀ ਕਮਾਈ ਕੀਤੀ ਕਿ ਜੋ ਤਕਲੀਫਾਂ ਅਸੀਂ ਜ਼ਰੀਆਂ ਹਨ ਸਾਡੀ ਔਲਾਦ ਦੇ ਸਾਹਮਣੇ ਨਾ ਆਉਣ। ਇਹ ਸੁੱਖ ਮਾਨਣ, ਜ਼ਿੰਦਗੀ ਦਾ ਹਰ ਸੁੱਖ ਇਹਨਾਂ ਦੇ ਦਰਵਾਜ਼ੇ ਦੇ ਉੱਤੇ ਆਣ ਕੇ ਦਸਤਕ ਦੇਵੇ ਔਰ ਇਹ ਜ਼ਬਾਨ ਚੋਂ ਕੋਈ ਸ਼ਬਦ ਕੱਢਣ ਤੇ ਇਹਨਾਂ ਦਾ ਪੂਰਾ ਹੋ ਜਾਵੇ। ਔਲਾਦ ਜੀ, ਇਨਸਾਨ ਜਿਉਂਦਾ ਹੈ ਔਲਾਦ ਵਾਸਤੇ, ਮਰ ਜਾਂਦਾ ਹੈ ਔਲਾਦ ਵਾਸਤੇ। ਮਹਾਰਾਣੀ ਚੰਦ ਕੌਰਾਂ ਨੇ ਧਾ ਮਾਰੀ, ਕੀਰ ਨੇ ਪਾ ਕੇ ਉਹਨੇ ਆਪਣੇ ਬੱਚੇ ਨੂੰ ਫਿਰ ਆਖਿਆ। ਕੀ ਕਹਿ ਰਹੀ ਹੈ ਸੁਣੋ ਸਾਧ ਸੰਗਤ। ਜਿੰਦ ਟੁੱਟਦੀ ਏ ਮੇਰੀ ਵੇ, ਜਿੰਦ ਟੁੱਟਦੀ ਏ ਮੇਰੀ ਵੇ, ਇੱਕ ਵਾਰੀ ਬੋਲ ਚਨਾ ਮਾਰੋ ਦੀ ਤੇਰੀ ਵੇ, ਇੱਕ ਵਾਰੀ ਬੋਲ ਚਨਾ ਮਾਰੋ ਚਿਹਰਾ ਆਪਣੇ ਪੁੱਤ ਦਾ ਮਹਾਰਾਣੀ ਚੰਦ ਕੌਰਾਂ ਨੇ ਆਪਣੇ ਹੱਥਾਂ 'ਚ ਲੈ ਕੇ ਆਪਣੀ ਹਿੱਕ ਨਾਲ ਲਾ ਲਿਆ। ਉਹ ਤਰਲੇ ਲੈ ਰਹੀ ਸੀ। ਫਿਸੇ ਹੋਈ ਖੋਪੜੀ ਨੂੰ ਉਸਨੇ ਬਾਰ-ਬਾਰ ਚੁੰਮਿਆ। ਉਹਦਾ ਮੂੰਹ ਸਾਰੇ ਦਾ ਸਾਰਾ ਲਾਲ ਸੁਰਖ ਹੋ ਗਿਆ। ਹਿੱਕ ਨਾਲ ਲਾ ਰਹੀ ਹੈ। ਉਹਨੂੰ ਸਾਰਾ ਕੁਝ ਯਾਦ ਆਇਆ ਜਿੱਦਣ ਇਹਦਾ ਕਦੀ ਜਨਮ ਹੋਇਆ ਹੋਵੇਗਾ, ਜਦੋਂ ਪਹਿਲੀ ਵਾਰ ਦਾਈ ਨੇ ਇਸ ਹੋਣਹਾਰ ਬੱਚੇ ਨੂੰ ਮਾਂ ਦੇ ਹੱਥਾਂ 'ਚ ਦਿੱਤਾ ਹੋਵੇਗਾ। ਇਹ ਬੱਚੇ ਨੂੰ ਉਸੇ ਤਰ੍ਹਾਂ ਚੁੱਕ ਕੇ ਉਹਨੇ ਆਪਣੀ ਛਾਤੀ ਨਾਲ ਲਾ ਲਿਆ ਹੋਵੇਗਾ। ਕਹਿੰਦੇ ਨੇ ਰੱਬ ਨੇ ਕਿਸੇ ਨੂੰ ਬਹੁਤ ਵੱਡੀ ਸਜ਼ਾ ਦੇਣੀ ਹੋਵੇ ਨਾ, ਕਿਸੇ ਨੂੰ ਬਹੁਤ ਵੱਡੀ ਸਜ਼ਾ, ਤੇ ਕਿਸੇ ਇਨਸਾਨ ਵਾਸਤੇ ਸਜ਼ਾ ਇਹ ਹੈ ਕਿ ਉਹਦੀ ਔਲਾਦ ਦੀ ਅਰਥੀ ਉਹਦੇ ਮੋਢਿਆਂ ਦੇ ਉੱਤੇ ਜਾਂਦੀ ਹੈ। ਇਸ ਤੋਂ ਵੱਡੀ ਸਜ਼ਾ ਕੋਈ ਨਹੀਂ ਹੋ ਸਕਦੀ ਕਿ ਮਾਂ ਦੇ ਜਿਉਂਦਿਆਂ ਉਹਦਾ ਪੁੱਤਰ ਜਿਹਨੂੰ ਉਹਨੇ ਆਪਣੇ ਖੂਨ ਦੇ ਨਾਲ ਸੰਜਿਆ ਦੁਨੀਆ ਤੋਂ ਚਲਿਆ ਜਾਵੇ। ਤਰਲੇ ਲੈ ਕੇ ਕੀਰ ਨੇ ਪਾ ਕੇ ਆਪਣੇ ਪੁੱਤ ਨੂੰ ਆਪਣੀ ਹਿੱਕ ਨਾਲ ਲਾ ਕੇ ਉਹਦੀਆਂ ਗੱਲਾਂ ਦੇ ਉੱਤੇ ਖੂਨ ਸਾਫ਼ ਕਰਕੇ, ਆਪਣੀ ਚੁੰਨੀ ਦੇ ਨਾਲ ਉਹਦੀਆਂ ਬੁੱਲੀਆਂ ਨੂੰ ਸਾਫ਼ ਕਰਕੇ, ਉਹਦੇ ਬੁੱਲਾਂ ਨੂੰ ਆਪਣੇ ਹੱਥਾਂ 'ਚ ਫੜ ਕੇ ਕਹਿਣ ਲੱਗੀ, ਪੁੱਤਾ ਇੱਕ ਅੱਧੀ ਗੱਲ ਕਰਦੇ ਮੇਰੇ ਨਾਲ, ਜਾਂਦੀ ਵਾਰ ਦਾ ਕੋਈ ਬਚਨ ਕਰਦੇ, ਮੈਨੂੰ ਮਾੜਾ ਹੀ ਬੋਲਦੇ, ਮੈਂ ਸਮਝਾਂਗੀ ਮੇਰਾ ਪੁੱਤ ਜਾਣ ਲੱਗਾ ਮੇਰੇ ਨਾਲ ਰੁੱਸ ਪਿਆ। ਤੂੰ ਤਾਂ ਕੋਈ ਗੱਲ ਵੀ ਨਹੀਂ ਕੀਤੀ। ਤਰਲੇ ਲੈ ਕੇ ਮਹਾਰਾਣੀ ਚੰਦ ਕੌਰਾਂ ਨੇ ਫਿਰ ਕਹਿਣਾ ਸ਼ੁਰੂ ਕੀਤਾ ਜੀ, ਮਹਾਰਾਣੀ ਚੰਦ ਕੌਰਾਂ ਕੀਰਨੇ ਪਾ ਰਹੀ ਹੈ ਤੇ ਲਾਗੇ ਬੈਠੀ ਹੋਈ ਬੀਬੀ ਨਾਨਕੀ, ਜਿਹਨੂੰ ਵਿਚਾਰੀ ਨੂੰ ਰੋਣਾ ਵੀ ਨਹੀਂ ਸੀ ਆਉਂਦਾ,
उम्र छोटी है, जिंदगी का पंध उसने अपने पिता के घर बड़ा सुखी बतीत किया सी। सहुरे आई, सुख ओदियां तलियां झसन लगा, उन्होंने पता ही नहीं सी दुख की हुंदा है। वो बेचारी गुमसुम लागे बैठी, उन्होंने रोना भी नहीं आउंदा। महारानी चंद कौर ने पत्थर की मूर्ति बनी हुई अपनी नूह वाल वेख के कलावे च लैके कहन लगी, पुत्रा तेरी रानी रो रही है वेख के तेरे वाल, तू इहदे नाल कुछ गल्लां कर। रवाउणा जरूरी सी बीबी नानकी नूं। ਇਹ ਤਰਲਾ ਵੇਖ ਕੇ ਬੀਬੀ ਨਾਨਕੀ ਦੀਆਂ ਵੀ ਚੀਕਾਂ ਨਿਕਲ ਗਈਆਂ। ਲਾਹੌਰ ਦਾ ਸ਼ਾਹੀ ਕਿਲਾ ਇੱਕ ਵਾਰੀ ਫੇਰ ਕੰਬ ਉੱਠਿਆ। ਬੜੇ ਚਿਰਾਂ ਤੋਂ ਬਾਅਦ ਉਸਨੇ ਐਸਾ ਖੂਨੀ ਕਾਂਡ ਵੇਖਿਆ ਸੀ। ਪਹਿਲਾਂ ਤੇ ਬਗਾਨੇ ਕਰਦੇ ਸਨ, ਹੁਣ ਤੇ ਉਹਨਾਂ ਨੇ ਕੀਤਾ ਜਿਨ੍ਹਾਂ ਨੂੰ ਆਪਣੇ ਸਮਝਿਆ ਗਿਆ ਸੀ। ਰੋਂਦਿਆਂ ਰੋਂਦਿਆਂ ਬੇਹੋਸ਼ ਹੋ ਗਈਆਂ। ਡੋਗਰੇ ਸਾਰੇ ਖਲੋਤੇ ਹੋਏ ਨੇ। ਸਰਦਾਰ ਗੁਲਾਬ ਸਿੰਘ ਨੇ ਆਖਿਆ, ਕਹਿਣ ਲੱਗਾ, ਧਿਆਨ ਸਿਆ ਹੁਣ ਫਿਰ ਕੀ ਕਰਨਾ ਹੈ? ਪੰਜਾਬ ਦਾ ਬਾਦਸ਼ਾਹ ਕੌਣ ਬਣੇਗਾ? ਪੁੱਤਰ ਦੀ ਲਾਸ਼ ਦੇ ਉੱਤੇ ਮਾਂ ਵਿਰਲਾਪ ਕਰਦੀ ਹੋਈ ਬੇਹੋਸ਼ ਪਈ ਹੋਈ ਹੈ। ਇਹਨਾਂ ਨੂੰ ਇਹ ਚਾਹੀਦਾ ਕਿ ਪੰਜਾਬ ਦਾ ਬਾਦਸ਼ਾਹ ਕੌਣ ਬਣੇਗਾ। ਧਿਆਨ ਸਿੰਘ ਨੇ ਆਖਿਆ, ਸਰਦਾਰ ਸ਼ੇਰ ਸਿੰਘ। ਉਹਨੇ ਆਖਿਆ, ਜੇ ਇਹਨਾਂ ਵਿੱਚੋਂ ਹੀ ਬਾਦਸ਼ਾਹ ਬਣਾਉਣੇ ਸਨ ਤੇ ਇਹਨੂੰ ਮਾਰਨ ਦੀ ਕੀ ਲੋੜ ਸੀ? ਫਿਰ ਇਹੋ ਹੀ ਬਣਿਆ ਰਹਿੰਦਾ। ਜੇ ਸ਼ੇਰ ਸਿੰਘ ਨੂੰ ਬਾਦਸ਼ਾਹ ਬਣਾਉਣਾ ਹੈ ਫਿਰ ਇਹਨੂੰ ਮਾਰਨ ਦੀ ਲੋੜ ਕੀ ਸੀ? ਸਾਡੇ ਕੋਲ ਐਵੇਂ ਤੁਸੀਂ ਇਹ ਕੰਮ ਕਰਵਾਈ ਜਾਂਦੇ ਹੋ। ਧਿਆਨ ਸਿੰਘ ਨੇ ਆਖਿਆ, ਕਹਿੰਦਾ, ਗੁਲਾਬ ਸਿਆ ਤੈਨੂੰ ਅਜੇ ਰਾਜਨੀਤੀ ਨਹੀਂ ਆਉਂਦੀ। ਜੇ ਅੱਜ ਹੀ ਆਪਣੇ ਪੁੱਤਰ ਹੀਰਾ ਸਿੰਘ ਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿੱਤਾ ਦੇਣਾ ਹੈ ਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸ਼ੇਰ ਜਿਹੜੇ ਪੁੱਤ ਬਾਕੀ ਬੱਚੇ ਨੇ ਉਹਨਾਂ ਸਾਨੂੰ ਜਿਉਣ ਦੇਣਾ। ਵੇਖ ਮੇਰੀ ਨੀਤੀ, ਮੈਂ 2 ਪਿਆਦੇ ਜਿਹੜੇ ਹਨ ਖਤਮ ਕਰ ਦਿੱਤੇ ਹਨ। ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਕੁਣਬੇ ਦਾ ਮੈਂ ਕੀਰਤਨ 16 ਨਹੀਂ ਪੜ ਦਿੰਦਾ, ਉਹਨਾਂ ਚਿਰ ਆਪਣੇ ਪੁੱਤਰ ਹੀਰਾ ਸਿੰਘ ਨੂੰ ਪੰਜਾਬ ਦੇ ਤਖਤ ਉੱਤੇ ਨਹੀਂ ਬਿਠਾ ਲੈਣਾ। ਮੈਂ ਸਾਰੇ ਮਾਰਨੇ ਨੇ, ਫਿਰ ਮਜ਼ੇ ਨਾਲ ਰਾਜ ਕਰਾਂਗੇ, ਫਿਰ ਸਾਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ। ਕੁਝ ਸਮੇਂ ਬਾਅਦ ਮਹਾਰਾਣੀ ਚੰਦ ਕੌਰਾਂ ਨੂੰ ਹੋਸ਼ ਆਈ। ਉਹਦੀਆਂ ਨੇਤਰਾਂ ਵਿੱਚੋਂ ਜਵਾਲਾਮੁਖੀ ਦੇ ਅੰਗਿਆਰ ਟਪਕ ਰਹੇ ਸਨ। ਉਹਨੇ ਦੋਵੇਂ ਹੱਥ ਧਿਆਨ ਸਿੰਘ ਦੀ ਛਾਤੀ ਤੇ ਮਾਰ ਕੇ ਕਹਿ ਲੱਗੀ, ਧਿਆਨ ਸਿਆ ਤੇਰਾ ਬੇੜਾ ਗਰਕ ਜੇ। ਤੂੰ ਮੇਰਾ ਪੁੱਤ ਖੋਲਿਆ। ਮੇਰੇ ਪੁੱਤ ਆਪ ਛੱਜੇ ਦੇ ਥੱਲੇ ਆਣ ਕੇ ਨਹੀਂ ਮਰਿਆ, ਤੁਸੀਂ ਇਹਨਾਂ ਦੀ ਹੱਤਿਆ ਕੀਤੀ। ਧਿਆਨ ਸਿੰਘ ਨੇ ਆਖਿਆ, ਕਹਿਣ ਲੱਗਾ, ਮਹਾਰਾਣੀ ਸਾਹਿਬਾਂ ਮਾਫੀ ਚਾਹੁੰਦਾ ਹਾਂ। ਜੇ ਮੈਂ ਮਾਰਨਾ ਹੀ ਹੁੰਦਾ ਤੇ ਨੌ ਨਿਹਾਲ ਨੂੰ ਕੱਲੇ ਨੂੰ ਮਾਰਦਾ, ਮੇਰਾ ਭਤੀਜਾ ਨਾਲ ਮਰਿਆ, ਤੁਹਾਨੂੰ ਉਹਦਾ ਕੋਈ ਦੁੱਖ ਨਹੀਂ। ਜੇ ਇਹਦੇ ਚ ਮੇਰੀ ਸਾਜ਼ਿਸ਼ ਹੁੰਦੀ ਤੇ ਨੌ ਨਿਹਾਲ ਕੱਲਾ ਮਰਦਾ ਹੈ, ਮੀਆਂ ਉਦਮ ਸਿੰਘ ਕਦੀ ਨਾ ਮਰਦਾ। ਆ ਲਾਗੇ ਗੁਲਾਬ ਸਿੰਘ ਤੁਹਾਡੇ ਸਾਹਮਣੇ ਖਲੋਤਾ ਹੈ, ਇਹਦਾ ਵੀ ਨੌਜਵਾਨ ਪੁੱਤਰ ਮਰਿਆ, ਪਰ ਉਹਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵੇਖਿਆ ਤੱਕ ਨਹੀਂ। ਇੰਨੀ ਹਮਦਰਦੀ ਹੈ ਕਿ ਨੌ ਨਿਹਾਲ ਦੇ ਸਰਾਣੇ ਖਲੋਤਾ, ਤੁਸੀਂ ਸਾਨੂੰ ਦੋਸ਼ੀ ਮੰਨ ਰਹੇ ਹੋ। ਮਹਾਰਾਣੀ ਚੰਦ ਕੌਰਾਂ ਨੇ ਆਖਿਆ, ਕਹਿਣ ਲੱਗੀ, ਧਿਆਨ ਸਿਆ ਤੇਰੀ ਮੈਂ ਹਰ ਚਾਲ ਸਮਝਦੀ, ਮੈਂ ਫੌਜਾਂ ਕੋਲ ਜਾਵਾਂਗੀ। ਜੇ ਦਿਨ ਛੁਪਣ ਤੋਂ ਪਹਿਲਾਂ ਪਹਿਲਾਂ ਤੈਨੂੰ ਸਜ਼ਾਏ ਮੌਤ ਨਾ ਦਵਾਈ, ਮੈਨੂੰ ਚੰਦ ਕੌਰਾਂ ਨਾਲ ਸੱਦੀ। ਧਿਆਨ ਸਿੰਘ ਨੇ ਪੈਂਤੜਾ ਬਦਲਦੇ ਹੋਏ ਆਖਿਆ, ਮਹਾਰਾਣੀ ਸਾਹਿਬਾ ਤੁਸੀਂ ਭੋਲੇ ਹੋ, ਏਦਾਂ ਕਰੋਗੇ ਮੇਰਾ ਤੇ ਕੁਝ ਨਹੀਂ ਜਾਣਾ, ਪਰ ਤੁਹਾਡਾ ਸਭ ਕੁਝ ਹੀ ਚਲਿਆ ਜਾਣਾ। ਪਤੀ ਤੁਹਾਡਾ ਮਰ ਗਿਆ, ਪੁੱਤਰ ਤੁਹਾਡਾ ਮਰ ਗਿਆ, ਕੱਲ ਨੂੰ ਆ ਬੇਬੇ ਨਾਨਕੀ ਦਾ ਕੀ ਬਣਨਾ, ਤੁਹਾਡਾ ਕੀ ਬਣਨਾ? ਜੇ ਕੋਈ ਹੋਰ ਬਾਦਸ਼ਾਹ ਬਣ ਗਿਆ ਫਿਰ ਕੀ ਹੋਵੇਗਾ? ਮੈਂ ਤੁਹਾਡੇ ਨਾਲ ਦਿਲੋਂ ਹਮਦਰਦੀ ਕਰਦਾ ਹਾਂ ਮਹਾਰਾਣੀ ਸਾਹਿਬਾ, ਮੇਰੇ ਤੇ ਯਕੀਨ ਰੱਖੋ। ਔਰ ਮੈਂ ਵਾਅਦਾ ਕਰਦਾ ਹਾਂ ਕਿ ਜੋ ਹੋ ਗਿਆ ਪਿੱਛੇ ਸੋ ਹੋ ਗਿਆ, ਉਹਦੇ ਚ ਮੇਰਾ ਰਤੀ ਮਾਤਰ ਵੀ ਹੱਥ ਨਹੀਂ। ਮੈਂ ਸਹੁੰ ਖਾਦੀ ਸੀ ਵਫਾਦਾਰ ਰਹਿਣ ਦੀ, ਪਰ ਜੇਕਰ ਤੁਸੀਂ ਕੁਝ ਦਿਨ ਵਾਸਤੇ ਚੁੱਪ ਹੋ ਜਾਓ ਤੇ ਪੰਜਾਬ ਦੇ ਤਖਤ ਉੱਤੇ ਤੁਹਾਡੇ ਪੁੱਤਰ ਦੀ ਜਗ੍ਹਾ ਉੱਤੇ ਮੈਂ ਤੁਹਾਨੂੰ ਬਿਠਾ ਦੇਵਾਂਗਾ। ਪਰ ਮੇਰੀ ਇੱਕ ਬੇਨਤੀ ਹੈ, ਉਹਨੂੰ ਸ਼ਰਤ ਸਮਝ ਲਓ ਜਾਂ ਬੇਨਤੀ, ਕਿ ਬਾਹਰ ਜਾ ਕੇ ਤੁਸੀਂ ਫੌਜਾਂ 'ਚ ਇਹ ਗੱਲ ਨਹੀਂ ਕਹਿਣੀ ਕਿ ਨੌ ਨਿਹਾਲ ਦੀ ਮੌਤ ਹੋ ਚੁੱਕੀ ਹੈ। ਤੁਸਾਂ ਨੇ ਕਹਿਣਾ ਜ਼ਖਮੀ ਹੈ, ਸਿਹਤ ਕੁਝ ਵੱਲ ਹੈ। ਜਦੋਂ ਆਪਣੇ ਆਪ ਨੂੰ ਤਖਤ ਉੱਤੇ ਬੈਠਦਿਆਂ ਹੋਇਆਂ ਮਹਾਰਾਣੀ ਚੰਦ ਕੌਰਾਂ ਨੇ ਆਖਿਆ, ਮੈਂ ਤਖਤ ਉੱਤੇ ਬੈਠ ਕੇ ਕੀ ਕਰਨਾ, ਉੜਕ ਤੇ ਮਰ ਜਾਣਾ ਮੈਂ ਵੀ ਇੱਕ ਦਿਨ। ਕਹਿਣਾ ਤੁਸਾਂ ਤਾਂ ਨਹੀਂ ਕੁਝ ਕਰਨਾ ਹੈ, ਪਰ ਮੈਨੂੰ ਪਤਾ ਮਹਾਰਾਣੀ ਸਾਹਿਬਾ ਤੁਹਾਡੀ ਨੂੰਹ ਦੇ ਬਾਲ ਹੋਣ ਵਾਲਾ ਹੈ। ਤੁਹਾਡਾ ਪਤੀ ਬਾਦਸ਼ਾਹ ਸੀ, ਤੁਹਾਡਾ ਪੁੱਤਰ ਬਾਦਸ਼ਾਹ ਸੀ। ਜੇ ਕੱਲ ਨੂੰ ਤੁਹਾਡੀ ਨੂੰਹ ਦੇ ਘਰ ਪੁੱਤਰ ਪੈਦਾ ਹੋ ਗਏ ਬੀਬੀ ਨਾਨਕੀ ਦੇ,
जे तुसां ने तखत संभाल के रखा तो पंजाब के तखत का वारस तुहाडा पोतरा बनेगा। पुत्र चलिया गया सी, पोतरे का जिक्र आउंदियां सार जने अजे जन्म लैना सी। महाराणी चंद कौर ने कुछ हौसला रखे है। उन्हें आख्या शर्त है कि किसी तरह खबर बाहर ना जाए कि नौ निहाल जी मर चुके हैं। इस पत्ते के उत्ते लग के महाराणी चंद कौर चुप कर गई, ना कर दी चुप, बाहर जाके खप पाउंदी। हो सकता है खालसा फौजा इन्हां डोगरियां दा ओह हशर कर दे जो शायद ही कदी किसी ने किया होवे, पर महाराणी चंद कौर ने बाहर आण के किसी तरह की जुबान ना खोली, चुप हो गई। इस लालच जान के कि हुण तख्त मैं संभालांगी, मेरे घर पोतरा पैदा होवेगा, फिर पंजाब दा बादशाह बनेगा। लालच फिर इत्थे आ गया। पुत दी लाश दे उत्ते एक मां ने सौदा कर लिया, किड्डा वड्डा कलेजा होवेगा। पुत मरिया पिया ते मां रोवे भी ना ते बाहर जाके दसे भी ना कि मेरा पुत मर गया। इनू राजनीति कहंदे ने। साध संगत एवें नहीं किसी ने आख्या राजनीतिक बंदा कदी किसी दा सका नहीं। वक्ती तौर दे उत्ते दे दिल नू ठेस लगदी है, पर वक्त पैण दे उत्ते सारा कुछ ही निशावर कर दिंदा अपनी गद्दी दे वास्ते। महाराणी चंद कौर नू चुप करा लिया। हुण ध्यान सिंह ने दूसरी चाल चली। जदन खड़क सिंह पंजाब दा बादशाह बनिया सी, उन्हें शेर सिंह नू बटाले भेज दिता सी, तुसी बटाले चले जाओ। सरदार शेर सिंह जी मैं तुहाडे नाल वादा करदा हां, जदन मैदान साफ हो गया तुहानू मैं सदांगा और पंजाब दे तखत उत्ते बिठा लांगा। एक पासे महाराणी चंद कौर नू आख्या तुसी चुप हो जाओ, पंजाब दा तखत तुहाडा ते तुहाडे पोतरे दा। ते दूसरे पासे अपना गुप्तचर उसने बटाले की धरती जिथे अजकल बेरन यूनियन क्रिश्चियन कॉलेज है, बटाले बस स्टैंड तो जो असीं जलंधर नूं चलदे हां ते शहर दे विच तुहाडे चों कईयां ने वो कॉलेज वेखिया होगा, बहुत वड्डा। अज भी उत्थे सरदार शेर सिंह दी यादगार है। इत्थे उसका हैडक्वार्टर सी। इन्हें अपना गुप्तचर भेजिया कि सरदार शेर सिंह जी तुहाडा भतीजा मर गया, पर ओदी मां ने खबर तक नहीं निकल दी, इस करके कि पंजाब दी वारस मैं बनागी। जे पंजाब दा तख्त लैना जे आ जाओ छेती छेती। तुसी आण के फौजां नूं इह गल दसोगे कि नौ निहाल ते उदन दा मर चुका है। ते महाराणी चंद कौर ने लालच चाण के खबर नहीं दी, सारियां फौजां तुहाडे वल होणगीआं ते पंजाब दा तख्त तुहानूं लैके दे देणगीआं। महाराजा शेर सिंह नूं बटाले दी धरती ते खबर मिली, अपने जरनैलां नूं नाल लैके घोड़े दे उत्ते होके सवार उन्हें लाहौर वाल नूं चाले यूं पा दित्ते।
ਸੁਣੀ ਪਾਈ। ਫੇਰ ਕੰਵਰ ਦੇ ਮਰਨ ਦੀ ਗੱਲ ਸੁਣੀ ਲਕਾਈ। ਫੇਰ ਕੰਵਰ ਦੇ ਮਰਨ ਦੀ ਗੱਲ ਸੁਣੀ ਲਕਾਈ। ਪਤਾ ਲੱਗਾ ਵਿੱਚ ਸ਼ਹਿਰ ਦੇ ਪਰਦਾ ਕੁਰਲਾਈ। ਪਤਾ ਲੱਗਾ ਵਿੱਚ ਸ਼ਹਿਰ ਦੇ ਪਰਦਾ ਕੁਰਲਾਈ। तीसरे दिन महाराजा शेर सिंह शेरे पंजाब महाराजा रणजीत सिंह का दूसरा पुत्र बटाले की धरती तो लाहौर पहुंचे। बदामी बाग विच उसने आण के अपनी फौजां का उतारा किया। वेख के सारे ही हैरान हो गए। अचानक शेर सिंह ने लाहौर विच वेख के फौजां मिलण वास्ते आईयां। सुख सांद पुछण का यतन किया। सरदार शेर सिंह ने आख्या, सुख सांद पुछदे हो? कहर हो चुका, तुहानूं पता तक नहीं। ਤੁਹਾਨੂੰ पता होना चाहिए कि पंजाब का बादशाह कंवर नाओ निहाल सिंह जी दुनिया मुकामे फानी तो जा चुके हैं। वो मर चुके हैं। जिसने खबर सुनी पत्थर का बुत बन के रह गए। सानू तो पता नहीं। कहने लगे पता लगे भी किवें? जो एक मां अपने पुत की मौत नूं छिपा सकती है तो बाकी क्यों नहीं छिपा सकते? नाओ निहाल जी तो उदन दे तुर गए हैं जिदन उन्होंने पिता की मृतक देह का संस्कार किया गया सी। उदन दे दुनिया तो जा चुके हैं जिदन उन्होंने छज्जा डिग्या सी। उन्होंने आख्या बाकी गल्लां बाद च होणगीआं। 3 दिन हो चुके ने। सब तो पहला नाओ निहाल जी की मृतक देह का संस्कार किया जावे। शाही ठाड़ दे नाल आन बान दे नाल 101 तोप ने सलामी दी। एक पासे महाराजा रणजीत सिंह की मड़ी है। ਉਹਦੇ लागे ਉਹਦੇ जेठे पुत्र 38 साल के पंजाबियों के बादशाह महाराजा खड़क सिंह दी है। ਉਹਦੇ नाल ही महाराजा खड़क सिंह के लखते जिगर नौ निहाल सिंह की मड़ी चंदन की चिखा तैयार की गई तो मृतक देह नूं ਉਹਦੇ ਚ रखिया गया। तुहाडे चो जिहड़े वीर लाहौर गए ने, मैं तो पढ़िया ही है, मैं गया नहीं। जिन्हां ने जाके वेख्या चंगे तरीके नाल महसूस कर सकते हैं कि उन्हां ਜਿਹੜੀਆਂ ਸਮਾਰਕਾਂ ਬਣੀਆਂ ਹੋਈਆਂ ਨੇ, ਸਮਾਧਾਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਵੇਖ ਕੇ ਇਨਸਾਨ ਕੀ ਮਹਿਸੂਸ ਕਰਦਾ ਹੈ। ਉਹ ਚਿਖਾ ਲੱਟ ਲੱਟ ਕਰਕੇ ਬਲੀ। ਹੁਣ ਪੰਜਾਬ ਦੇ ਤਖਤ ਉੱਤੇ ਸ਼ੇਰ ਸਿੰਘ ਬੈਠੇਗਾ ਜਾਂ ਮਹਾਰਾਣੀ ਚੰਦ ਕੌਰਾਂ ਬੈਠੇਗੀ, ਫੈਸਲਾ ਹੋਵੇਗਾ। ਇੱਥੇ ਵੀ ਡੋਗਰਿਆਂ ਨੇ ਇੱਕ ਚਾਲ ਚੱਲੀ। ਧਿਆਨ ਸਿੰਘ ਨੇ ਮੀਟਿੰਗ ਸੱਦੀ, ਕਹਿੰਦਾ ਡੋਗਰਿਓ ਗੱਲ ਸੁਣ ਲਓ। ਜੇ ਸਾਰੇ ਅਸੀਂ ਸ਼ੇਰ ਸਿੰਘ ਵਾਲੇ ਪਾਸੇ ਹੋ ਗਏ, ਸੰਧਾਂ ਵਾਲੀਆਂ ਦੀ ਮਦਦ ਦੇ ਨਾਲ ਮਹਾਰਾਣੀ ਚੰਦ ਕੌਰਾਂ ਪੰਜਾਬ ਦੇ ਤਖਤ ਦੀ ਮਾਲਕ ਬਣ ਗਈ, ਸਾਨੂੰ ਧੱਕੇ ਦੇ ਕੇ ਲਾਹੌਰ ਵਿੱਚੋਂ ਇਹਨਾਂ ਨੇ ਕੱਢ ਦੇਣਾ। ਜੇ ਅਸੀਂ ਸਾਰੇ ਚੰਦ ਕੌਰਾਂ ਵਾਲੇ ਪਾਸੇ ਹੋ ਗਏ, ਪੰਜਾਬ ਦਾ ਬਾਦਸ਼ਾਹ ਸ਼ੇਰ ਸਿੰਘ ਬਣ ਗਿਆ ਫੌਜਾਂ ਦੀ ਮਦਦ ਦੇ ਨਾਲ, ਫਿਰ ਵੀ ਸਾਨੂੰ ਲਾਹੌਰ ਵਿੱਚੋਂ ਨਿਕਲਣਾ ਪੈਣਾ। ਉਹਨਾਂ ਕਿਹਾ ਹੁਣ ਕੀ ਹੋਵੇ?
ਧਿਆਨ ਸਿੰਘ ਨੇ ਆਖਿਆ, ਗੁਲਾਬ ਸਿੰਘ ਤੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਆਖਿਆ ਤੁਸੀਂ ਮਹਾਰਾਣੀ ਚੰਦ ਕੌਰਾਂ ਵਾਲੇ ਪਾਸੇ ਹੋ ਜਾਓ, ਤੁਸਾਂ ਨੇ ਉਹਦੀ ਮਦਦ ਕਰਨੀ ਹੈ ਕਿ ਪੰਜਾਬ ਦੀ ਵਾਰਸ ਉਹ ਬਣੇ। ਉਹਨੇ ਆਖਿਆ ਮੈਂ ਸਰਦਾਰ ਸੁਚੇਤ ਸਿੰਘ, ਮਿਸਰ ਲਾਲ ਸਿੰਘ, ਅਸੀਂ ਸਾਰੇ ਜਿਹੜੇ ਹਾਂ ਸ਼ੇਰ ਸਿੰਘ ਵਾਲੇ ਪਾਸੇ ਹੋਵਾਂਗੇ। ਪੰਜਾਬ ਦੇ ਤਖਤ ਉੱਤੇ ਮਹਾਰਾਜਾ ਸ਼ੇਰ ਸਿੰਘ ਬੈਠ ਜਾਵੇ, ਡੋਗਰੇ ਤਾਂ ਵੀ ਅੱਗੇ, ਮਹਾਰਾਣੀ ਚੰਦ ਕੌਰਾਂ ਬੈਠ ਜਾਵੇ, ਡੋਗਰੇ ਤਾਂ ਵੀ ਅੱਗੇ। ਸਾਨੂੰ ਲਾਹੌਰ ਵਿੱਚੋਂ ਕੱਢਣ ਵਾਲਾ ਕੋਈ ਪੈਦਾ ਨਹੀਂ ਹੋਇਆ ਤੇ ਨਾ ਅਸੀਂ ਨਿਕਲਣਾ। ਹੁਣ ਬਹੁਤ ਵੱਡਾ ਇੱਕ ਝਗੜਾ ਹੋਇਆ ਹੈ। ਇਹ ਝਗੜਾ ਕੀ ਹੋ ਰਿਹਾ ਹੈ, ਇਹ ਮੈਂ ਕੱਲ ਦੇ ਸ਼ਾਮ ਦੇ ਦੀਵਾਨ ਵਿੱਚ ਤੁਹਾਡੇ ਚਰਨਾਂ 'ਚ ਰੱਖਣ ਦਾ ਯਤਨ ਕਰਾਂਗਾ। ਇਹ ਦਾਸਤਾਨ ਸਾਧ ਸੰਗਤ ਅਜੇ ਮੁੱਕਣ ਵਾਲੀ ਨਹੀਂ, ਇੱਕ ਤੋਂ ਬਾਅਦ ਇੱਕ ਨੇ ਇਸ ਦੁਨੀਆ ਦੇ ਤੋਂ ਜਾਣਾ ਹੈ। ਕਿਵੇਂ ਜਾਣਾ ਹੈ ਇਤਿਹਾਸ ਦੇ ਪੰਨੇ ਦੱਸਦੇ ਨੇ। ਆਪਣੀ ਤੁਸ਼ ਬੁੱਧੀ ਅਨੁਸਾਰ ਮੈਂ ਤੁਹਾਡੇ ਚਰਨਾਂ 'ਚ ਰੱਖਣ ਦਾ ਯਤਨ ਕਰ ਰਿਹਾ ਹਾਂ। ਤੁਸੀਂ ਮਨ ਬਿਰਤੀਆਂ ਇਕਾਗਰ ਕਰਕੇ ਸੁਣਨ ਦਾ ਯਤਨ ਕਰ ਰਹੇ ਹੋ। ਵਾਹਿਗੁਰੂ ਕਿਰਪਾ ਕਰਨ, ਇਹਦਾ ਨਿਚੋੜ ਜਿਹਾ ਹੈ ਉਹ ਅਸੀਂ ਆਪਣੇ ਹਿਰਦਿਆਂ 'ਚ ਵਸਾਉਣਾ। ਹੋਈਆਂ ਭੁੱਲਾਂ ਦੀ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ ਹਾਂ। ਅੱਗੇ ਵਾਸਤੇ ਤੁਸਾਂ ਨੇ ਸਮਤ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਅਸੀਸਾਂ ਦਿੰਦੇ ਹੋਏ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ